ਕਈ ਪੈਸੇ ਕਮਾਉਂਦੇ ਨੇ ਕਿਸ ਵਾਸਤੇ? ਪਿੰਡ 'ਚ ਕੋਠੀ ਬਣਾਉਣ ਵਾਸਤੇ। ਉਹ ਜਦੋਂ ਕੋਠੀ ਬਣਦੀ ਹੈ ਤੇ ਉਹ ਮਲਕੁਲ ਮੌਤ ਆ ਕੇ ਕਹਿੰਦਾ ਹੈਲੋ ਤੇਰਾ ਟਾਈਮ ਪੂਰਾ ਹੋ ਗਿਆ, ਚੱਲ जुलिए। इंटरनेट ने इस दुनिया ने विच पैसिव इनकम वाला जरिया कोई भी नहीं कि जिस तरह जस्ट लाइक तुसा 1 साल 2 साल काम कर देता है फिर तुसी सैं चलो पैसे तो सने आने रहो। कोई ऐसा आइडिया ਮੇਰੇ ਬੱਚੇ ਕੋਈ ਬੱਚਾ ਮੇਰਾ ਸਕੂਲ ਨਹੀਂ ਜਾਂਦਾ, ਨਾ ਮੈਂ ਉਹਨਾਂ ਨੂੰ ਭੇਜਿਆ। गल तुसा कीती है कि कॉपी पेस्ट करना चाहिए, जो कुछ गोरा करना पैना उसने पिछले तुसी भी सेम एज इट उस तरह करो। की आया कि असी पाकिस्तानी कौम हर टाइम लोगों ने कॉपी पेस्ट ही करने रहा, अपने दिमाग नाल कुछ सोचता नहीं, कोई नया जनरेट नहीं कर सकते। गला कर साहब खरिया साहब सचिया ते सुचिया अस्सलाम वालेकुम। मेरा नाम है कामरान अहमद। जैसा कि आपको पता है कि रोज़ाना नई नई वीडियो के साथ आपके पास हाजिर होता रहता हूँ। माशाल्लाह अभी मेरे साथ जो पर्सनालिटी बैठी हुई है इसको कौन नहीं जानता। इंटरनेट की दुनिया में बहुत ज़्यादा नाम बनाया हुआ इन्होंने, और आज अभी यस DP की स्टूडियो पे ये यहाँ पे मौजूद हैं और हम इनका शुक्रिया अदा करते हैं कि ये हमारे शहर में आए हैं। और सबसे पहले तो इनसे पूछते हैं कि हमारे शहर में आए हैं तो उनको कैसा फील हुआ। जी अस्सलाम वालेकुम सर। वालेकुम अस्सलाम वीर जी, कैसे हैं आप? बहुत शुक्रिया कामरान साहब, बहुत शुक्रिया जी इनवाइट करने के लिए। अच्छा मुझे बताएं कि आप पाकिस्तान के किस शहर से हैं? मैं जी तो सियालकोट ही हूँ असल में। ते पंजाबी जी गल करा ना? पंजाबी अपनी मादरी ज़बान सर। बिल्कुल ठीक हो गया। अच्छा सर जी मेन चीज़ वेखी कि इंटरनेट ने दुनिया च लोग आने बड़े पैशन ना लाने और थोड़ा दिन सर्वाइव करने उस तो बाद गायब हो गए, इसकी वजह? बेसिकली देखो जी ਇਹ ਜਿਹੜਾ ਬੁਨਿਆਦੀ ਇਹ ਇਨਸਾਨ ਦੀ ਜਬਿਲਤ ਹੈ ਕਿ ਇਨਸਾਨ ਅੱਲਾਹ ਤਾਲਾ ਨੇ ਜਦੋਂ ਇਨਸਾਨ ਨੂੰ ਬਣਾਇਆ ਨਾ, ਆਦਮ 'ਚ ਜਾਨ ਪਾਈ ਤੇ ਜਾਨ ਇੱਥੋਂ ਤੱਕ ਪਈ ਸੀ ਤੇ ਆਦਮ ਨੇ ਉੱਠਣਾ ਚਾਹਿਆ ਤੇ ਡਿੱਗ ਗਏ ਤੇ ਅੱਲਾਹ ਨੇ ਫਰਮਾਇਆ ਕਿ ਬੇਸ਼ੱਕ ਅਸੀਂ ਤੈਨੂੰ ਜਲਦਬਾਜ਼ ਪੈਦਾ ਕੀਤਾ ਤੇ ਜਲਦਬਾਜ਼ੀ ਤੇ ਕੰਟਰੋਲ ਹੀ ਤੇ ਸਾਡਾ ਇਮਤਿਹਾਨ ਹੈ। ਤੇ ਜਿਹੜੇ ਲੋਕ ਉਸ ਤੇ ਕੰਟਰੋਲ ਕਰ ਲੈਂਦੇ ਨੇ ਉਹ ਕਾਮਯਾਬ ਹੋ ਜਾਂਦੇ ਨੇ, ਇੱਥੇ ਵੀ ਤੇ ਉੱਥੇ ਵੀ। ਤੇ ਜਿਹੜੇ ਨਹੀਂ ਕਰਦੇ ਵਿਚਾਰੇ ਰੁਲਦੇ ਰਹਿੰਦੇ ਨੇ, ਕਦੀ ਇਹ ਕਰਦੇ ਨੇ, ਕਦੀ ਉਹ ਕਰਦੇ ਨੇ, ਕਦੀ ਉਹ ਕਰਦੇ ਨੇ, ਨੱਸਦੇ ਭੱਜਦੇ ਰਹਿੰਦੇ ਨੇ, ਐਂ ਜੀ ਦੁਨੀਆ ਤੋਂ ਤੁਰ ਜਾਂਦੇ ਨੇ। ठीक हो गया। अच्छा मैं तो सन माशाल्लाह बाहर तुसी गला बात बड़िया अच्छा करने पैने हो, तो उस एक गल तुसा कीती है कि कॉपी पेस्ट करना चाहिए, जो कुछ गोरा करना पैना उसने पिछले तुसी भी सेम एज इट उस तरह करो। की आया कि असी पाकिस्तानी कौम हर टाइम लोगों ने कॉपी पेस्ट ही करने रहा, अपने दिमाग नाल कुछ सोचता नहीं, कोई नया जनरेट नहीं कर सकते। ਸਰ ਦੇਖੋ ਗੱਲ ਇਹ ਵੇ ਕਿ ਸਾਨੂੰ ਜਨਰੇਟ ਕਰਨ ਦੀ ਜ਼ਰੂਰਤ ਉਦੋਂ ਹੈ ਜਦੋਂ ਸਾਨੂੰ ਕੋਈ ਮਸਲਾ ਹੱਲ ਆਲਰੇਡੀ ਹੋ ਨਾ ਗਿਆ ਹੋਏ। ਜਦੋਂ ਇੱਕ ਮਸਲੇ ਦਾ ਹੱਲ ਦੁਨੀਆ 'ਚ ਮੌਜੂਦ ਹੈ, ਕਿਸੇ ਕੰਪਨੀ ਨੇ ਗੱਡੀ ਬਣਾ ਲਈ ਹੈ ਤੇ ਅਸੀਂ ਉਹਨੂੰ ਕੀ ਕਰਨਾ, ਪਾਕਿਸਤਾਨ 'ਚ ਸਿਰਫ ਬਣਾਈਏ। ਮੈਂ ਤੁਹਾਨੂੰ ਇਹਦੀ ਮਿਸਾਲ ਇਸ ਤਰ੍ਹਾਂ ਦੇਣਾ ਚਾਹਾਂਗਾ ਕਿ ਦੇਖੋ ਚਾਈਨਾ ਨੇ ਤਰੱਕੀ ਕੀਤੀ। ਚਾਈਨਾ ਨੇ ਕਿਸ ਤਰ੍ਹਾਂ ਤਰੱਕੀ ਕੀਤੀ? ਚਾਈਨਾ ਨੇ ਇਸ ਤਰ੍ਹਾਂ ਤਰੱਕੀ ਕੀਤੀ ਕਿ ਦੁਨੀਆ ਦੀ ਸਾਰੀ ਕਾਮਯਾਬ ਕੌਮਾਂ ਦੀ ਕਾਮਯਾਬ ਪ੍ਰੋਡਕਟਸ ਲਈਆਂ, ਉਹਨਾਂ ਦੀ ਰਿਵਰਸ ਇੰਜੀਨੀਅਰਿੰਗ ਕੀਤੀ ਤੇ ਉਹਨਾਂ ਦੀ ਕਾਪੀ ਬਣਾ ਲਈ। ਠੀਕ ਹੋ ਗਿਆ। ਠੀਕ ਹੋ ਗਿਆ। ਤੇ ਸਾਨੂੰ ਦੁਨੀਆ ਦੀ ਇਸ ਟਾਈਮ ਸਿਰਫ ਕਾਪੀ ਕਰਨੀ ਹੈ। ਕੋਈ ਨਵੀਂ ਚੀਜ਼ ਇਜਾਦ ਤੁਸੀਂ ਉਦੋਂ ਕਰਦੇ ਹੋ ਜਦੋਂ ਉਹਦੀ ਜ਼ਰੂਰਤ ਹੁੰਦੀ ਹੈ, ਤੇ ਅਸੀਂ ਤਾਂ ਹਲੇ ਕਾਪੀ ਕਰਨ ਜੋਗੇ ਵੀ ਨਹੀਂ ਹੈਗੇ। ਬਹੁਤ ਪਿੱਛੇ ਯਾਨੀ ਅਸੀਂ ਜਾਪਾਨ ਹਾਰ ਦੀ ਗੱਡੀਆਂ ਕਾਪੀ ਕਰਕੇ ਬਣਾ ਸਕਨੇ ਆ, ਚਾਈਨਾ ਹਾਰ ਦੀ ਗੱਡੀਆਂ ਕਾਪੀ ਕਰਕੇ ਬਣਾ ਸਕਨੇ ਆ। ਕਿਆ ਅਸੀਂ ਕੋਈ ਰਾਕਟ ਬਣਾ ਸਕਨੇ ਆ? ਕਿਆ ਅਸੀਂ ਅੱਛੀਆਂ ਸੜਕਾਂ ਬਣਾ ਸਕਨੇ ਆ? ਕਾਪੀ ਕਰਨਾ ਨਾ। ਤੇ ਜਿੰਜ ਦੀ ਸੜਕਾਂ ਜਰਮਨੀ ਬਣੀ ਦੀਆਂ ਨੇ, ਅਮਰੀਕਾ ਬਣੀ ਦੀਆਂ ਨੇ, ਕਾਪੀ ਕਰਕੇ ਇੱਥੇ ਉਂਝ ਦੀ ਸੜਕਾਂ ਬਣਾ ਲਵੋ। ਜਿੰਜ ਉਹਨਾਂ ਨੇ ਆਪਣੇ ਮੁਲਕ ਦੇ ਮਸਾਇਲ ਦਾ ਹੱਲ ਕੀਤਾ। ਕਾਨੂੰਨ ਹੈ, ਤੁਸੀਂ ਨਵਾਂ ਸਪੋਜ਼ ਕਾਨੂੰਨ ਬਣਾਉਣ ਦੀ ਬਜਾਏ ਤੁਸੀਂ ਉਹਨਾਂ ਦਾ ਕਾਨੂੰਨ ਜਿਹੜਾ ਵੇ ਜਿਹਦੇ ਨਾਲੋਂ ਪੂਰਾ ਮਾਸ਼ਰਾ ਕੰਟਰੋਲ ਹੈ ਉਹ ਇੱਥੇ ਇੰਪਲੀਮੈਂਟ ਕਰ ਦਿਓ, ਆਪਣੀ ਲੋਕਲ ਜ਼ਰੂਰੀਆਤ ਦੇ ਮੁਤਾਬਕ ਉਹਨੂੰ ਐਡਜਸਟ ਕਰਦੇ ਹੋਏ। ਤੇ ਮੇਰਾ ਖਿਆਲ ਹੈ ਵੇ ਕਿ ਕਾਪੀ ਪੇਸਟ ਦੇ ਵਿੱਚ ਕੋਈ ਮੁਜ਼ਾਇਕਾ ਨਹੀਂ। ਮੈਂ ਯੂਨੀਵਰਸਿਟੀਜ਼ ਦੇ ਚਾਂਸਲਰਸ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਆਪਣੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਡਿਪਾਰਟਮੈਂਟ ਬੰਦ ਕਰ ਦਿਓ, ਕਾਪੀ ਔਰ ਪੇਸਟ ਕਰਨ ਦੇ ਡਿਪਾਰਟਮੈਂਟ ਖੋਲ੍ਹੋ ਕਿ ਆਪਣੇ ਬੱਚਿਆਂ ਨੂੰ ਵੈਸਟ ਦੇ ਵਿੱਚ ਜਾਂ ਦੁਨੀਆ ਦੀ ਤਰੱਕੀ ਯਾਫਤਾ ਅਕਵਾਮ ਨੂੰ ਦੇ ਆਇਆ ਇਖਲਾਕੀਆਤ ਨੇ, ਆਇਆ ਬਿਜ਼ਨਸ ਪ੍ਰੈਕਟਿਸਿਸ ਨੇ, ਆਇਆ ਫੈਕਟਰੀਜ਼ ਨੇ, ਉਹਨਾਂ ਨੂੰ ਉੱਥੋਂ ਆਈਡੀਆਜ਼ ਨੇ, ਕਾਪੀ ਕਰੋ, ਆਪਣੇ ਮੁਲਕ 'ਚ ਆ ਕੇ ਪੇਸਟ ਕਰ ਲਓ। ਅਸੀਂ ਮਸਲਾ ਹੱਲ ਕਰ ਰਹੇ ਨਾ ਸਰ, ਠੀਕ ਹੈ। ਤੇ ਸਾਨੂੰ ਮਸਲਾ ਹੱਲ ਚਾਹੀਦਾ, ਲੋਕਾਂ ਨੂੰ ਇਨਸਾਫ ਦੇਣਾ ਵੇ, ਲੋਕਾਂ ਨੂੰ ਅੱਛੀ ਸੜਕਾਂ ਦੇਣੀਆਂ ਨੇ, ਲੋਕਾਂ ਨੂੰ ਅੱਛੀ ਰਿਹਾਇਸ਼ ਦੇਣੀ ਹੈ। ਅਸੀਂ ਉੱਥੋਂ ਉਹ ਮਸਲਾ ਦੁਨੀਆ ਹੱਲ ਕਰ ਚੁੱਕੀ ਹੈ, ਅਸੀਂ ਸਿਰਫ ਅੱਛੇ ਤੌਰ ਦੇ ਉੱਤੇ ਇੰਪਲੀਮੈਂਟ ਕਰਨਾ ਜ਼ਰੂਰੀ ਹੈ। ਅਸੀਂ ਅਮਲ ਨਹੀਂ ਕਰਦੇ। ਇਕਬਾਲ ਕਹਿੰਦੇ ਨੇ ਨਾ ਅਮਲ ਸੇ ਬਣਤੀ ਹੈ ਜ਼ਿੰਦਗੀ ਜन्नत भी जहन्नम भी। ਤੇ ਅਮਲ ਔਖਾ ਕੰਮ ਹੈ, ਆਈਡੀਆ ਦੀ ਕੋਈ ਵੈਲਿਊ ਨਹੀਂ ਹੋਣਾ। ठीक हो गया। अच्छा
ਮੇਨ ਚੀਜ਼ ਇਸ ਵਿੱਚ ਵੇਖੀ ਕਿ ਜਿਸ ਤਰ੍ਹਾਂ ਈ-ਕਾਮਰਸ ਦੇ ਵਿੱਚ ਸ਼ੋਪੀਫਾਈ ਆ ਗਏ ਨੇ, ਐਮਾਜ਼ੋਨ ਆ ਗਏ ਨੇ, ਬਹੁਤ ਸਾਰੇ ਐਸੇ ਪਲੇਟਫਾਰਮ ਨੇ ਜਿਸ ਉੱਤੇ ਮੁਸਲਸਲ ਡੇਲੀ ਬੇਸ ਦੇ ਉੱਤੇ ਤੁਸਾਂ 2 4 5 ਘੰਟੇ ਐਕਸਰਸਾਈਜ਼ ਕਰਨੀ ਪੈਣੀ, ਕੰਮ ਕਰਨਾ ਪੈਣਾ। ਆਇਆ ਕਿ ਇੰਟਰਨੈਟ ਨੇ ਇਸ ਦੁਨੀਆ ਦੇ ਵਿੱਚ ਕੋਈ ਪੈਸਿਵ ਇਨਕਮ ਵਾਲਾ ਜ਼ਰੀਆ ਕੋਈ ਵੀ ਨਹੀਂ ਕਿ ਜਿਸ ਤਰ੍ਹਾਂ ਜਸਟ ਲਾਈਕ ਤੁਸਾਂ 1 ਸਾਲ 2 ਸਾਲ ਕੰਮ ਕਰ ਦਿੱਤਾ ਹੈ ਫਿਰ ਤੁਸੀਂ ਸਹਿ ਚਲੋ ਪੈਸੇ ਤੁਸਾਂ ਨੇ ਆने रहन। कोई ऐसा आइडिया कोई ऐसा फार्मूला है तो दसो। ਸਰ ਦੇਖੋ, ਇਹ ਯਕੀਨਨ ਹਰ ਇਨਸਾਨ ਦੀ ਫਿਤਰੀ ਖੁਆਇਸ਼ ਹੈ ਕਿ ਯਾ ਅੱਲਾ ਕਰਨਾ ਕੁਝ ਨਾ ਪਏ। ਠੀਕ ਹੈ ਕਿ पाकिस्तानियों की दिली ख्वाहिश के मुताबिक मैं क्वेश्चन किया ਅਮਰੀਕਨ ਵੀ ਇੰਜਨ ਹੈ, है। ਸਾਰੀ ਦੁਨੀਆ, ਯੂਰਪੀਅਨ ਵੀ ਹੱਡਰਾਂ। ਇਨਸਾਨ ਦੀ ਫਿਤਰੀ ਖੁਆਇਸ਼ ਕੀ ਹੈ ਕਿ ਯਾ ਅੱਲਾ ਕਰਨਾ ਕੁਝ ਨਾ ਪਏ, ਆਪ ਹੀ ਹੁੰਦਾ ਜਾਏ। ਮੈਨੂੰ ਅੱਲਾ ਦੇ ਇਸ ਪੂਰੀ ਕਾਇਨਾਤ 'ਚ ਸਰ ਕਾਮਰਾਨ ਸਾਹਿਬ ਮੈਨੂੰ ਇੱਕ ਚੀਜ਼ ਦੱਸੋ ਜਿਹੜੀ ਤੁਹਾਨੂੰ ਜਾਮਦ ਨਜ਼ਰ ਆਉਂਦੀ ਹੋਏ। ਕਿਆ ਸੂਰਜ ਜਾਮਦ, ਚੰਦ ਜਾਮਦ, ਜ਼ਮੀਨ ਜਾਮਦ? ਸਾਡੇ ਬਲੱਡ ਦੇ ਵਿੱਚ ਕਿਆ ਕੋਈ ਚੀਜ਼ ਜਾਮਦ? ਇੱਕ ਤੁਹਾਡਾ ਨਿਊਰਨ ਹੈ ਨਾ, ਨਿਊਰਨ ਦਾ ਜਿਹੜਾ DNA ਹੈ ਉਹਦੇ ਅੰਦਰ ਵੀ ਮੁਸਲਸਲ ਹਰਕਤ ਹੋ ਰਹੀ ਹੈ। ਉਹ ਇੱਕ ਕਿਸੇ ਵੱਡੀ ਚੀਜ਼ ਦੇ ਬਾਹਰ ਇਰਦ ਗਿਰਦ ਵੀ ਘੁੰਮ ਰਿਹਾ ਤੇ ਆਪਣੇ ਇਰਦ ਗਿਰਦ ਵੀ ਘੁੰਮ ਰਿਹਾ। ਕਿਆ ਤੁਹਾਡਾ ਦਿਲ ਜਾਮਦ? सर एवरेज मैं तुसें गल सॉरी टोकना पैना, एवरेज जी इंसान की लाइफ है वो 60 65 साल जा रही है, ठीक है। और 60 65 साल ने वो अपनी लाइफ ही सैट कदों सी। मेरा कहने का मतलब है कि कोई ऐसा सिलसिला होना चाहिए कि जिस 5 7 10 साल चलो स्ट्रगल की थी और सैट हो और लाइफ है भी तो इंजॉय करना ना। हर टाइम सुबह वो एक्सरसाइज भी चलनी, वो मामलात पे चलने। मैं मेरा क्वेश्चन ठीक है प्रॉपर वो सैट हो और फिर उस अपनी जी लाइफ जो सा मिली है दुनिया वेखे फिरे टुरे खावे पीवे मौज मस्ती करे कम से कम कमे को तो जान उसने छोड़े ना। उस सैट कदों नहीं तो ਤੁਹਾਨੂੰ इंसान सैट कदों नहीं ਤੁਹਾਨੂੰ ਦੇਖੋ ਹਰ ਇਨਸਾਨ ਰੋਜ਼ ਸੈੱਟ ਹੈ। ਤੁਹਾਨੂੰ मेरा आखने का मतलब है कमे को जान छुटे ਨਹੀਂ ਦੇਖੋ ਮਸਲਾ ਹੈ ਵੇ ਕਿ ਤੁਸੀਂ ਜੋ ਤੁਹਾਡਾ ਪੈਸ਼ਨ ਹੈ ਤੁਸੀਂ ਹੁਣ ਆਪਣਾ ਕੰਮ ਬਣਾ ਲਓ। ਦੁਨੀਆ ਦੇ ਉੱਤੇ ਅਸੀਂ ਕਿਆ ਸੈੱਟ ਹੋਣਾ ਆ, ਇੱਕ ਇੰਪੋਰਟੈਂਟ ਗੱਲ ਹੈ, ਅਹਿਮ ਗੱਲ ਹੈ ਕਿ ਕਿਆ ਅਸੀਂ ਦੁਨੀਆ 'ਚ ਸੈਟਿੰਗ ਕਰਨ ਆਏ ਆ। लेकिन लाइफ भी तो इंजॉय तो करना है ना। मकसद तो बेसिकली दुनिया में आने ना तो कुछ और है लेकिन असं करने कुछ और पैने ਦੇਖੋ ਜੀ ਫਿਰ ਕਸੂਰ ਕਿਹਦਾ? ਤਾਂ ਦੇਸ਼ ਦੇ ਲੀਲ ਹੁੰਦੇ ਆ। ਸਾਰੀ ਜ਼ਿੰਦਗੀ ਅਸੀਂ ਪ੍ਰਦੇਸ਼ ਕੱਟ ਲੈਂਦੇ ਆ, ਆਪਣੇ ਬੱਚਿਆਂ ਦੀ ਜੁਦਾਈ ਬਰਦਾਸ਼ਤ ਕਰਨੇ ਆ, ਆਪਣੀ ਬੀਵੀ ਨੂੰ ਛੱਡ ਦਿੰਦੇ ਆ ਕਿ ਜੀ ਅਸੀਂ ਅਮਰੀਕਾ ਜਾਣਾ, ਬਾਹਰ ਜਾਣਾ, ਯੂਰਪ ਜਾਣਾ, ਮਿਡਲ ਈਸਟ ਜਾਣਾ, ਪੈਸੇ ਕਮਾਣੇ ਨੇ। ਬਈ ਪੈਸੇ ਕਮਾਉਂਦੇ ਨੇ ਕਿਸ ਵਾਸਤੇ? ਪਿੰਡ 'ਚ ਕੋਠੀ ਬਣਾਉਣ ਵਾਸਤੇ। ਉਹ ਜਦੋਂ ਕੋਠੀ ਬਣਦੀ ਹੈ ਤੇ ਉਹ ਮੁਲਕੁਲ ਮੌਤ ਆ ਕਹਿੰਦਾ ਹੈਲੋ ਤੇਰਾ ਟਾਈਮ ਪੂਰਾ ਹੋ ਗਿਆ ਚੱਲ जुलिए। ਤੇ ਫਿਰ ਅਸੀਂ ਗਿਆ ਦੁਨੀਆ ਦੇ ਵਿੱਚ, ਦੁਨੀਆ 'ਚ ਆ ਕੇ ਅਸੀਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ 'ਚ ਕੋਈ ਵੈਲਿਊ ਐਡ ਕੀਤੀ? ਕਿਸੇ ਵਾਸਤੇ ਕੋਈ ਆਸਾਨੀ ਪੈਦਾ ਕੀਤੀ? ਕੋਈ ਨਵੀਂ ਚੀਜ਼ ਇਜਾਦ ਕੀਤੀ? ਮੈਨੂੰ ਦੱਸੋ ਇਸ ਕਮਰੇ ਦੇ ਵਿੱਚ ਲਾਈਟ, ਪੱਖਾ, ਲੋਹਾ, ਸਟੀਲ, ਸ਼ੀਸ਼ਾ, ਇਹ ਪਲਾਸਟਿਕ, ਇਹ ਬੋਤਲਾਂ, ਇਹ ਕਿੰਨੇ ਇਜਾਦ ਕੀਤੀਆਂ? ਇਹ ਉਹਨਾਂ ਲੋਕਾਂ ਨੇ ਇਜਾਦ ਕੀਤੀਆਂ ਨੇ ਜਿਨ੍ਹਾਂ ਦੀ ਅੱਜ ਦੁਨੀਆ 'ਤੇ ਹਕੂਮਤ ਹੈ। ਅਸੀਂ ਕਹਿੰਦੇ ਹਾਂ ਇਹਨਾਂ ਦਾ ਬਾਈਕਾਟ ਕਰੋ। ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਹੱਡ ਰਾਮੋ ਕੰਮ ਕਰੋ। ਉਹਨਾਂ ਨੇ ਮਿਹਨਤ ਕੀਤੀ, ਅੱਲਾ ਦੀ ਸੁਨਤਾਂ ਨੇ, ਅੱਲਾ ਦੀ ਸੁਨਤ ਤੇ ਔਰ ਅੱਲਾ ਦੀ ਸੁਨਤ ਜਿਹੜੀ ਅੱਲਾ ਦੇ ਵਾਅਦੇ ਸੱਚੇ ਨੇ। ਉਹ ਆਇਆ ਹਿੰਦੂ ਵਾਸਤੇ ਅਮਲ ਕਰੇਗਾ ਉਹਨੂੰ ਉਹਦਾ ਰਿਵਾਰਡ ਮਿਲੇਗਾ, ਸਿੱਖ ਕਰੇਗਾ ਸਿੱਖ ਨੂੰ ਰਿਵਾਰਡ ਮਿਲੇਗਾ, ਔਰ ਜੋ ਨਹੀਂ ਕਰੇਗਾ ਆਇਆ ਉਹ ਮੁਹੰਮਦੀ ਕਿਉਂ ਨਾ ਆਏ ਉਹਨੂੰ ਉਹਦਾ ਜਜ਼ਾ ਜਾਂ ਸਜ਼ਾ ਮਿਲੇਗੀ। ਅਗਰ ਅਸੀਂ ਹੱਡ ਰਾਮੀ ਕਰਾਂਗੇ ਬਹਿਸੀਅਤ ਮੁਸਲਮਾਨ ਤੇ ਸਾਨੂੰ ਪੂਰੀ ਦੁਨੀਆ ਦੇ ਉੱਤੇ ਫੈਂਟਾ ਪੈਣਾ ਚਾਹੀਦਾ। ਇਰਾਕ ਕੀ, ਲੀਬੀਆ ਕੀ, ਅਫਗਾਨਿਸਤਾਨ ਕੀ, ਫਲਸਤੀਨ ਕੀ, ਸਾਡੇ ਤੁਹਾਡੇ ਮੈਨੂੰ ਇੱਕ ਮੁਸਲਮਾਨ ਦੇ ਖੂਨ ਦੀ ਕੋਈ ਕੀਮਤ ਹੈ? ਕਿਉਂ ਕੀਮਤ ਨਹੀਂ ਹੈ? ਕਿਆ ਉਹਨਾਂ ਦਾ ਕਸੂਰ ਹੈ? ਸਾਡਾ ਆਪਣਾ ਕਸੂਰ ਹੈ ਕਿਉਂਕਿ ਅਸੀਂ ਸਿਰਫ ਰੈਸਟ ਕਰਨਾ ਚਾਹੁੰਦੇ ਹਾਂ, ਅਸੀਂ ਸਿਰਫ ਸ਼ੋਧਬਾਜ਼ੀ ਕਰਨਾ ਚਾਹੁੰਦੇ ਹਾਂ। ਮੈਂ ਪਿੰਡ 'ਚ ਵੱਡੀ ਜਿਹੀ ਗੱਡੀ ਲੈ ਕੇ ਵੱਡੀ ਜਿਹੀ ਕੋਠੀ 'ਚ ਜਾਵਾਂ, ਪਿੰਡ ਪੂਰਾ ਕਵੇ ਵਾਹ ਵਾਹ ਕੀ ਚੌਧਰੀ ਸਾਹਿਬ ਆਏ ਨੇ। ठीक हो गया। अच्छा आजकल नहीं नई यूथ हाँ तुम की मैसेज देना चाहते हो असां डेली गपशप ने तो चैनल ने जरिए? ਸਰ ਮੈਂ ਸਿਰਫ ਇਹ ਪੈਗਾਮ ਦੇਣਾ ਚਾਹਾਂਗਾ ਬੱਚਿਆਂ ਨੂੰ ਕਿ ਯਾਰ ਆਪਣਾ ਮਕਸਦ ਤਲਾਸ਼ ਕਰੋ। ਮੈਂ ਆਪਣੇ ਬੱਚਿਆਂ ਦੇ ਨਾਲ ਰੋਜ਼, ਮੇਰੇ ਬੱਚੇ ਕੋਈ ਬੱਚਾ ਮੇਰਾ ਸਕੂਲ ਨਹੀਂ ਜਾਂਦਾ ਨਾ ਮੈਂ ਉਹਨਾਂ ਨੂੰ ਭੇਜਿਆ, ਲੇਕਿਨ ਰੋਜ਼ ਰਾਤ ਨੂੰ ਉਹਨਾਂ ਨਾਲ ਮੈਂ ਬਹਿਣਾ, ਉਹਨਾਂ ਨੂੰ ਸਟੋਰੀ ਸੁਣਾਉਣਾ, ਸੀਰਤ ਨਬਵੀ 'ਤੇ ਗੱਲ ਕਰਨਾ, ਔਰ ਮੈਂ ਇੱਕ ਸਵਾਲ ਉਹਨਾਂ ਨੂੰ ਰੋਜ਼ ਪੁੱਛਣਾ ਕਿ ਕਿਆ ਤੁਸੀਂ ਅੱਜ ਦਾ ਪੂਰਾ ਦਿਨ ਸੋਚਿਆ ਹੈ ਕਿ ਦ ਕ੍ਰੀਏਟਰ, ਦ ਆਲਮਾਈਟੀ ਕ੍ਰੀਏਟਰ ਵਾਈ ਸੈਂਟ ਯੂ ਇਨ ਦਿਸ ਵਰਲਡ? ਉਹਨੇ ਤੁਹਾਨੂੰ ਇਸ ਦੁਨੀਆ 'ਚ ਕਿਉਂ ਭੇਜਿਆ ਮੇਰਾ ਬੇਟਾ?
ਇਹ ਇੱਕ ਸਵਾਲ ਹੈ, ਮੈਂ ਜਾਂ ਕਹਿਣਾ ਉਹਨਾਂ ਨੂੰ ਕਿ ਅਗਲਾ ਸਾਰਾ ਦਿਨ ਤੁਸੀਂ ਇਹ ਜ਼ਰੂਰ ਸੋਚਦੇ ਹੋਏ ਗੁਜ਼ਾਰਨਾ ਵੇ ਕਿ ਦਾ ਆਲਮਾਈਟੀ ਕ੍ਰੀਏਟਰ ਜਿਹੜਾ ਅੱਲਾ ਕਹਿੰਦਾ ਕਿ ਮੈਂ ਐਸਨਲ ਤਕਵੀਮ, ਕਿ ਤੈਨੂੰ ਸਭ ਤੋਂ ਬਿਹਤਰੀਨ ਬਣਾਇਆ, ਉਹਨੇ ਸਾਨੂੰ ਬਣਾਇਆ ਔਰ ਇਸ ਦੁਨੀਆ 'ਚ ਭੇਜਿਆ ਯਾਰ। देयर मस्ट बी समथिंग, कोई पर्पज, कोई मकसद ਤੇ ਹੈ ਯਾਰ ਸਾਡੀ ਤਖਲੀਕ ਦਾ। ਉਹ ਕੀ ਹੈ? ਇਸ ਦੁਨੀਆ 'ਚ ਆ ਕੇ ਕੋਠੀ ਪਾਣਾ? ट्रैक तो ते सेटे पे हैं, कोई शक नहीं। ਬਸ ਸਰ ਫਿਰ ਉਹਦੀ ਕੀਮਤ ਦੇ ਰਹੇ ਹਾਂ ਅੱਜ। ਸਾਡੇ ਅਸੀਂ ਕਹਿੰਦੇ ਆ ਜੀ ਸਾਡੀ ਜਨਾਬ ਕਦੀ ਗਵਰਨਮੈਂਟ ਜ਼ਾਲਮ ਹੈ, ਕਦੀ ਜਨਾਬ ਸਾਡੇ ਹੁਕਮਰਾਨ ਜ਼ਾਲਮ ਨੇ, ਕਦੀ ਜਨਾਬ ਸਾਡੇ ਤੇ ਫੌਜ ਜ਼ੁਲਮ ਕਰ ਰਹੀ ਹੈ। ਅਸੀਂ ਆਪਣੇ ਆਪ ਤੇ ਆਪ ਜ਼ੁਲਮ ਕਰਨੇ ਆ, ਸਭ ਤੋਂ ਜ਼ਾਲਮ ਤੇ ਅਸੀਂ ਆਪ ਆ। जी बिल्कुल, माशाल्लाह जी, बहुत ही अच्छी गपशप हुई है उस्मान साहब से। और जाते जाते कमेंट सेक्शन में आपने भी अपनी राय देनी है, जो हमारी आज बातचीत हुई है, गपशप हुई है। और यस डीपी की जानब से, वाह कैंट की जानब से हम इनका तहे दिल से शुक्रिया अदा करते हैं कि इन्होंने अपना कीमती टाइम यस डीपी को दिया है। तो इंशाल्लाह इसी तरह की इंफॉर्मेटिव, दिलचस्प, मोटिवेटिव वीडियो आती रहेंगी आपके पास। हमारे चैनल को सब्सक्राइब कीजिएगा, फेसबुक पेज को लाइक एंड फॉलो कीजिएगा, कमेंट सेक्शन में अपनी राय दीजिएगा। मिलते हैं नेक्स्ट वीडियो में। फ़ी अमानिल्लाह।